तो सोना नाथ अनाथ न मोसर, तो सोना दानी न मोसो पेखारी, मोसो न दीन दयाल न दोसर, मोसो अज्ञान न तुसो बिचारी, मोसो न पतित न पावन तोसर, मोसो बेकारी न तोसो उपकारी, मोरे है अवगुण तू गुण सागर, जातर सातल ओट तिहारी, मोरे है अवगुण तू गुण सागर, जातर सातल ओट तिहारी। सतनाम श्री वाहिगुरु साहिब जी। पातशाही 10वीं त्वै प्रसाद चलितर 88वां। दोहरा। इंद्र दत्त राजा हुतो गोखा नगर मझार, कंज प्रभा रानी रह जाको रूप अपार। इंद्र दत्त राजा हुतो गोखा नगर मझार, कंज प्रभा रानी रह जाको रूप अपार। गुरु प्यारी साध संगत जी, आप जी सरवण कर रहे हो धन धन सतगुरु ਸਾਹਿਬ श्री गुरु ग्रंथ ਸਾਹਿਬ जी महाराज जी ਦੀ ਅਪਾਰ ਰਹਿਮਤ ਅਤੇ ਬਖਸ਼ਿਸ਼ ਦੇ ਨਾਲ ਧੰਨ ਧੰਨ ਸਤਿਗੁਰੂ ਸਾਹਿਬ श्री गुरु गोबिंद ਸਿੰਘ ਸਾਹਿਬ जी ਦੀ ਮਹਾਨ ਰਚਨਾ श्री दसम ग्रंथ ਸਾਹਿਬ जी ਦੀ ਪਾਵਨ ਗੁਰਬਾਣੀ श्री ਚਰਿਤ੍ਰ ਉਪਾਖਿਆਨ ਦੀ ਲੜੀਵਾਰ ਵਿਚਾਰ। ਸੋ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਜੋ 87 ਚਰਿਤ੍ਰ ਹਨ ਵਿਚਾਰ ਸਹਿਤ ਪੂਰਨ ਹੋ ਚੁੱਕੇ ਨੇ। ਸੋ ਅੱਜ ਜੋ 88ਵਾਂ ਚਰਿਤ੍ਰ ਹੈ ਉਸ ਦੀ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਨਾਲ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਤਾਂ ਤੇ ਗਰੀਬ ਨਵਾਜ ਪਾਤਸ਼ਾਹ ਬਚਨ ਫਰਮਾ ਰਹੇ ਨੇ। ਦੋਹਰਾ। इंद्र दत्त राजा हुतो गोखा नगर मझार, कंज प्रभा रानी रह जाको रूप अपार। ਸਾਹਿਬ ਜੀ ਫਰਮਾਉਂਦੇ ਹਨ ਕਿ ਗੋਖਾ ਨਗਰ ਦੇ ਵਿੱਚ ਇੰਦਰ ਦੱਤ ਨਾਂ ਦਾ ਇੱਕ ਰਾਜਾ ਸੀ, ਜਿਸ ਦੀ ਰਾਣੀ ਦਾ ਨਾਮ ਸੀ ਕੰਜ ਪ੍ਰਭਾ ਤੇ ਉਹ ਬਹੁਤ ਹੀ ਸੋਹਣੇ ਰੂਪ ਵਾਲੀ ਸੀ। ਸਰਬ ਮੰਗਲਾ ਕਾਓ ਭਵਨ ਗੋਖਾ ਸ਼ਹਿਰ ਮੰਝਾਰ। ਤੇ ਜਿੰਨੇ ਵੀ ਗੋਖਾ ਨਗਰ ਦੇ ਲੋਕ ਸਨ, ਉਹ ਗੋਖਾ ਨਗਰ ਦੇ ਵਿੱਚ ਇੱਕ ਮੰਦਿਰ ਸੀ ਜੋ ਸਰਵ ਕਲਿਆਣਕਾਰੀ ਦੇਵੀ, ਜੋ ਕਿਸੇ ਦੇਵੀ ਦਾ ਭਵਾਨੀ ਦੇਵੀ ਦਾ ਉਹ ਮੰਦਿਰ ਸੀ। ਸਾਰੇ ਲੋਕ ਹੀ ਉਸ ਮੰਦਿਰ ਦੇ ਵਿੱਚ ਆ ਕੇ ਭਵਾਨੀ ਦੀ ਪੂਜਾ ਕਰਿਆ ਕਰਦੇ ਸੀ ਤੇ ਮਨ ਦੇ ਵਿੱਚ ਇਉਂ ਭਾਵਨਾ ਰੱਖਦੇ ਸੀ ਕਿ ਦੇਵੀ ਦੇ ਕੋਲੋਂ ਜੋ ਵੀ ਅਸੀਂ ਮੰਗਦੇ ਹਾਂ ਉਹ ਸਾਨੂੰ ਮਿਲਦਾ ਹੈ। ਇਹ ਸਾਰੇ ਸੁੱਖਾਂ ਦੀ ਦਾਤੀ ਹੈ ਸਭ ਲੋਕਾਂ ਦੀ, ਇਉਂ ਮਨ ਦੀ ਇੱਛਾ ਬਣੀ ਹੋਈ ਸੀ। ਊਚ ਨੀਚ ਰਾਜਾ ਪ੍ਰਜਾ ਸਭ ਤਿਹ ਕਰਤ ਜੁਹਾਰ। ਤੇ ਉਸ ਮੰਦਿਰ ਦੇ ਵਿੱਚ ਰਾਜਾ ਪ੍ਰਜਾ ਦੇ ਲੋਕ ਜਿੰਨੇ ਉੱਚੇ ਨੀਵੇਂ ਅਮੀਰ ਗਰੀਬ ਸਭ ਹੀ ਉੱਥੇ ਸੀਸ ਨਵਾਉਣ ਜਾਂਦੇ ਸਨ। ਭਾਵ ਸਾਰੇ ਹੀ ਮੰਦਿਰ ਦੇ ਵਿੱਚ ਬਹੁਤ ਜ਼ਿਆਦਾ ਆ ਕੇ ਉਪਾਸਨਾ ਕਰਦੇ ਸੀ ਭਵਾਨੀ ਦੇਵੀ ਦੀ। ਚਾਓ ਪਈ ਤਾਕੇ ਪਵਨ ਸਕਲ ਚਲੇ ਆਵੇ, ਆਨ ਗੌਰ ਕੋ ਸੀਸ ਝੁਕਾਵੇ। ਉੱਥੇ ਸਾਰੇ ਹੀ ਭਵਾਨੀ ਦੇਵੀ ਦੇ ਮੰਦਿਰ ਚੱਲ ਕੇ ਆਉਂਦੇ, ਸਾਰੇ ਹੀ ਦੇਵੀ ਨੂੰ ਆ ਕੇ ਸੀਸ ਝੁਕਾਉਂਦੇ ਸਨ। ਕੰਕਮ ਔਰ ਅਚਤਨ ਲਾਵੇ, ਭਾਂਤ ਭਾਂਤ ਕੋ ਧੂਪ ਜਗਾਵੇ। ਤੇ ਜਿਹੜੇ ਵੀ ਲੋਕ ਆਉਂਦੇ ਸਨ ਉਹ ਭੇਟਾ ਰੂਪ ਦੇ ਵਿੱਚ ਭਵਾਨੀ ਦੇਵੀ ਦੇ ਅੱਗੇ ਕੇਸਰ ਅਤੇ ਚੌਲਾਂ ਦਾ ਤਿਲਕ ਲਾਉਂਦੇ ਸਨ। ਕਈ ਪ੍ਰਕਾਰ ਦੇ ਨਾਲ ਉਹ ਭਵਾਨੀ ਦੀ ਪੂਜਾ ਕਰਨ ਵਾਸਤੇ ਧੂਫ ਅਗਰਬੱਤੀ ਜਗਾਉਂਦੇ ਸਨ। ਖੁਸ਼ਬੂ ਵਾਸਤੇ ਕੇਸਰ ਚੰਦਨ ਆਦਿ ਦਾ ਛਿੜਕਾਅ ਕਰਿਆ ਕਰਦੇ। ਦੋਹਰਾ। ਭਾਂਤ ਭਾਂਤ ਪ੍ਰਕਰਮਾ ਭਾਂਤ ਭਾਂਤ ਸਿਰ ਨਿਆਏ। ਤੇ ਕਈ ਤਰ੍ਹਾਂ ਨਾਲ ਆਪਣੀ ਮਨ ਦੀ ਭਾਵਨਾ ਅਨੁਸਾਰ ਪ੍ਰਕਰਮਾ ਕਰਦੇ ਤੇ ਕਈ ਤਰ੍ਹਾਂ ਦੇ ਨਾਲ ਉਹ ਭਾਵਨਾ ਰੱਖ ਕੇ ਸਿਰ ਨਵਾਉਂਦੇ ਸਨ। ਪੂਜ ਭਵਾਨੀ ਕਾਓ ਭਵਨ ਬਹੁਰ ਬਸੈ ਗ੍ਰਹਿ ਆਏ। ਤੇ ਭਵਾਨੀ ਦੀ ਪੂਜਾ ਕਰਕੇ ਫਿਰ ਉਹ ਵਾਪਸ ਆਪਣੇ ਘਰ ਮੁੜ ਆਉਂਦੇ ਸਨ।
ਚਾਉ ਪਈ ਨਰ ਨਾਰੀ ਸਭ ਤਹਿ ਚਲ ਜਾਹੀ ਅਛਤ ਧੂਪ ਕੁੰਕ ਮਹਿਲਾਹੀ। ਸਾਰੇ ਹੀ ਮਰਦ ਇਸਤਰੀਆਂ ਸਾਰੇ ਉਸ ਮੰਦਰ ਵਿੱਚ ਜਾਂਦੇ ਤੇ ਚੌਲ ਧੂਪ ਤੇ ਕੇਸਰ ਅਦਿਕ ਦਾ ਜੋ ਭੇਟਾ ਰੂਪ ਦੇ ਵਿੱਚ ਸਨ। ਕੋਈ ਚੌਲ ਚੜਾਉਂਦਾ ਸੀ, ਕੋਈ ਧੂਪ ਦਿਖਾਉਂਦਾ, ਕੋਈ ਕੇਸਰ ਅਦਿਕ ਚੰਦਨ ਅਦਿਕ ਦਾ ਖੁਸ਼ਬੂਦਾਰ ਵਸਤੂਆਂ ਛਿੜਕਾ ਕਰਦਾ ਸੀ। ਭਾਂਤ ਭਾਂਤ ਕੇ ਗੀਤਨ ਗਾਵੈ ਸਰਬ ਮੰਗਲਾ ਕੋ ਸਿਰਣਿ ਆਵੈ। ਤੇ ਕਈ ਪ੍ਰਕਾਰ ਦੇ ਨਾਲ ਭਵਾਨੀ ਦੇਵੀ ਨੂੰ ਖੁਸ਼ ਕਰਨ ਵਾਸਤੇ ਉਹਦੀ ਵਡਿਆਈ ਦੇ ਗੀਤ ਗਾਉਂਦੇ ਸਨ ਤੇ ਉਸ ਮੰਗਲਮਈ ਮਾਤਾ ਨੂੰ, ਜੋ ਸਰਬ ਮੰਗਲਕਾਰੀ ਮਾਤਾ ਸੀ ਭਵਾਨੀ, ਉਹਦੇ ਅੱਗੇ ਬੜੇ ਹੀ ਅਦਬ ਨਾਲ ਸਿਰ ਨਵਾਉਂਦੇ ਸਨ। ਜੋ ਇੱਛਾ ਕੋ ਮਨ ਮੈਂ ਧਰੈ ਜਾਏ ਭਵਾਨੀ ਭਵਨ ਉਚਰੈ। ਤੇ ਜੋ ਵੀ ਕੋਈ ਆਪਣੇ ਮਨ ਦੇ ਵਿੱਚ ਇੱਛਾ ਧਾਰਦਾ ਅਤੇ ਉਸ ਭਵਾਨੀ ਦੇਵੀ ਅੱਗੇ ਬੇਨਤੀ ਕਰਦਾ ਸੀ, ਪੂਰਨ ਭਾਵਨਾ ਤਿਨ ਕੀ ਹੋਈ ਬਾਲ ਬ੍ਰਿਧ ਜਾਨਤ ਸਭ ਕੋਈ। ਉਸ ਨਗਰ ਦੇ ਵਿੱਚ ਜਿੰਨੇ ਵਸਣ ਵਾਲੇ ਲੋਕ ਸਨ, ਕੋਈ ਬੱਚਾ ਸੀ, ਕੋਈ ਬਜ਼ੁਰਗ ਸੀ, ਕੋਈ ਅਧਖੜ ਉਮਰ ਦਾ, ਕੋਈ ਜਵਾਨ, ਸਾਰੇ ਹੀ ਇਸ ਗੱਲ ਨੂੰ ਮਨ ਦੇ ਵਿੱਚ ਬੜਾ ਪਰਪੱਕ ਕਰਕੇ ਮੰਨਦੇ ਸਨ ਕਿ ਜੋ ਵੀ ਅਸੀਂ ਭਵਾਨੀ ਅੱਗੇ ਇੱਛਾ ਰੱਖਦੇ ਹਾਂ ਤੇ ਭਵਾਨੀ ਦੇਵੀ ਸਾਨੂੰ ਉਹੀ ਸਾਡੀ ਮਨ ਦੀ ਇੱਛਾ ਜਿਹੜੀ ਹੈ ਉਹ ਪੂਰੀ ਕਰ ਦਿੰਦੀ ਹੈ। ਤੇ ਉਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਭਵਾਨੀ ਦੇਵੀ ਦੀ ਪੂਜਾ ਹੁੰਦੀ ਸੀ ਤੇ ਬਹੁਤ ਜ਼ਿਆਦਾ ਉਹਦੀ ਉਹ ਵਡਿਆਈ ਕਰਿਆ ਕਰਦੇ ਸਨ। ਦੋਹਰਾ ਫਲ ਤੇ ਆਪਣੀ ਭਾਵਨਾ ਜਾਂ ਮੈਂ ਭੇਦ ਨਾ ਕੋਏ। ਸਤਿਗੁਰੂ ਜੀ ਸਮਝਾਉਣਾ ਕਰਦੇ ਹਨ ਕਿ ਇਹ ਗੱਲ ਤਾਂ ਠੀਕ ਹੈ ਕਿ ਜਿਸ ਥਾਂ ਤੇ ਅਸੀਂ ਆਪਣੀ ਭਾਵਨਾ ਬਣਾਉਂਦੇ ਹਾਂ, ਭਾਵਨਾ ਅਨੁਸਾਰ ਸਾਨੂੰ ਫਲ ਪ੍ਰਾਪਤ ਹੁੰਦਾ ਏ। ਭਲੋ ਭਲੇ ਕੋ ਹੋਤ ਹੈ, ਬੁਰੋ ਬੁਰੇ ਕੋ ਹੋਏ। ਇਹਦੇ 'ਚ ਕੋਈ ਸ਼ੱਕ ਨਹੀਂ। ਸਾਹਿਬ ਜੀ ਫਰਮਾਉਂਦੇ ਨੇ ਕਿ ਮਨੁੱਖ ਜਿੱਥੇ ਮਰਜ਼ੀ ਚਲਿਆ ਜਾਵੇ, ਜੇਕਰ ਉਹ ਚੰਗਾ ਕਰਮ ਕਰਦਾ ਹੈ ਉਹਦਾ ਫਲ ਉਹਨੂੰ ਚੰਗਾ ਹੀ ਮਿਲਣਾ ਹੈ। ਜੇਕਰ ਉਹ ਮਾੜਾ ਕਰਮ ਕਰਦਾ ਹੈ ਤਾਂ ਮਾੜੇ ਦਾ ਫਲ ਉਸਨੂੰ ਮਾੜਾ ਹੀ ਮਿਲਣਾ ਹੈ। ਇਸ ਗੱਲ ਦੇ ਵਿੱਚ ਦੂਜੀ ਕੋਈ ਰਾਏ ਨਹੀਂ, ਇਸ ਗੱਲ 'ਚ ਕੋਈ ਸ਼ੰਕਾ ਕਰਨ ਦੀ ਲੋੜ ਨਹੀਂ। ਜਿਸ ਦੀ ਭਾਵਨਾ ਹੁੰਦੀ ਹੈ, ਜਿਵੇਂ ਦੀ ਭਾਵਨਾ ਹੁੰਦੀ ਹੈ, ਉਹਦੀ ਭਾਵਨਾ ਅਨੁਸਾਰ ਉਹਨੂੰ ਫਲ ਮਿਲ ਹੀ ਜਾਂਦਾ ਹੈ। ਚੇਤਰ ਅਸ਼ਟਮੀ ਕੇ ਦਿਵਸ ਉਤਸਵ ਤਿਹਠਾ ਹੋਏ। ਸਾਹਿਬ ਜੀ ਫਰਮਾਉਂਦੇ ਹਨ ਕਿ ਚੇਤਰ ਅਸ਼ਟਮੀ ਦੇ ਦਿਨ ਉੱਥੇ ਮੇਲਾ ਲੱਗਦਾ ਸੀ। ਊਚ ਨੀਚ ਰਾਜਾ ਪ੍ਰਜਾ ਰਹਿ ਨਾ ਘਰ ਮੈਂ ਕੋਏ। ਤੇ ਉਸ ਦਿਨ ਕੋਈ ਅਮੀਰ, ਕੋਈ ਗਰੀਬ, ਕੋਈ ਰਾਜਾ, ਕੋਈ ਪ੍ਰਜਾ ਵਿੱਚੋਂ ਘਰ ਵਿੱਚ ਕੋਈ ਨਹੀਂ ਰਹਿੰਦਾ ਸੀ। ਭਾਵ ਕਿ ਸਾਰੇ ਹੀ ਇਸ ਮੇਲੇ ਵਿੱਚ ਜਾਇਆ ਕਰਦੇ ਤੇ ਮੇਲੇ ਵਿੱਚ ਜਾ ਕੇ ਖੂਬ ਮੇਲੇ ਦੀ ਰੌਣਕ ਵਧਾਉਂਦੇ ਸਨ। ਚਾਉ ਪਈ ਦਿਵਸ ਅਸ਼ਟਮੀ ਕੋ ਜਬ ਆਇਓ ਜਾਤਰੀ ਏਕ ਰਾਣੀ ਇਹ ਪਾਇਓ। ਤੇ ਜਿਸ ਦਿਨ ਉਹ ਚੇਤਰ ਦੀ 8ਵੀਂ ਦਾ ਦਿਨ ਆਇਆ ਤੇ ਰਾਣੀ ਨੂੰ ਮੇਲੇ ਵਿੱਚ ਇੱਕ ਯਾਤਰੀ ਮਨ ਨੂੰ ਬਹੁਤ ਹੀ ਚੰਗਾ ਲੱਗ ਗਿਆ। ਕੰਜ ਪ੍ਰਭਾ ਨੂੰ, ਜੋ ਕਿ ਉਸ ਰਾਜੇ ਦੀ ਰਾਣੀ ਸੀ। ਕਿਉਂ ਜਿਹੜੀ ਕੰਜ ਪ੍ਰਭਾ ਸੀ ਰਾਣੀ, ਜੋ ਇੰਦਰਦੱਤ ਦੀ ਰਾਣੀ ਸੀ, ਇੰਦਰਦੱਤ ਰਾਜੇ ਦੀ ਰਾਣੀ ਸੀ। ਜਦੋਂ ਦਿਵਸ ਅਸ਼ਟਮੀ ਕੋ ਜਬ ਆਇਓ, ਜਦ ਅਸ਼ਟਮੀ ਚੇਤਰ 8ਵੀਂ ਦਾ ਦਿਨ ਆਇਆ ਤੇ ਜਾਤਰੀ ਏਕ ਰਾਣੀ ਇਹ ਭਾਇਓ, ਤੇ ਇੱਕ ਜਾਤਰੀ ਮੇਲੇ ਦੇ ਵਿੱਚੋਂ ਰਾਣੀ ਮਨ ਨੂੰ ਬਹੁਤ ਚੰਗਾ ਲੱਗਾ, ਜੋ ਪਰਾਇਆ ਮਰਦ ਸੀ। ਕਾ ਸੋ ਭੋਗ ਕਰਤ ਮਨ ਭਾਵੈ, ਘਾਤ ਇਹ ਕਹੂੰ ਹਾਥ ਨ ਆਵੈ। ਰਾਣੀ ਦੇ ਮਨ 'ਚ ਵਿਚਾਰ ਆਇਆ ਕਿ ਇਹਦੇ ਨਾਲ ਵਿਚਾਰ ਕੀਤਾ ਜਾਏ, ਭੋਗ ਵਿਲਾਸ ਕੀਤਾ ਜਾਵੇ। ਪਰ ਹੁਣ ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਹੁਣ ਕਿਵੇਂ ਕਰਕੇ ਬਿੱਧ ਬਣਾਵਾਂ ਤੇ ਕਿੱਦਾਂ ਕਰਕੇ ਮੈਂ ਇਹਨੂੰ ਇਹਦੇ ਨਾਲ ਮੇਲ ਮਿਲਾਪ ਕਰਾਂ, ਵਿਚਾਰ ਕਰਾਂ, ਕਿਵੇਂ ਇਹਨੂੰ ਆਪਣੇ ਕੋਲ ਬੁਲਾਵਾਂ। ਹੁਣ ਕੋਈ ਉਹਨੂੰ ਟਿਕਾਣਾ ਸਿੱਧਾ, ਜਿਵੇਂ ਕਿ ਉਹਦੀ ਵਿਚਾਰ ਪੂਰੀ ਹੋ ਸਕੇ, ਮਨ ਦੀ ਜੋ ਭਾਵਨਾ ਸੀ, ਮਲੀਨ ਭਾਵਨਾ, ਉਹਨੂੰ ਪੂਰੀ ਕਰ ਸਕੇ। ਇਹਨੂੰ ਪੂਰੇ ਕਰਨ ਵਾਸਤੇ ਉਹਦੀ ਜਿਹੜੀ ਵਿਉਂਤ ਸੀ ਉਹ ਬਣ ਨਹੀਂ ਰਹੀ ਸੀ। ਜਹ ਵਿਚਾਰ ਜਿਤ ਮਹਿ ਆਇਓ, ਜਾਤਰੀ ਕਸ ਪਿਛਵਾਰ ਸਦਾਇਓ। ਤੇ ਉਹ ਵਿਚਾਰ ਆਪਣੇ ਮਨ ਦੇ ਵਿੱਚ ਬਣਾ ਕਰਕੇ ਉਹਨੇ ਆਪਣੇ ਉਸ ਮਿੱਤਰ ਨੂੰ ਪਿਛਵਾੜੇ ਦੇ ਵਿੱਚ ਬੁਲਾ ਲਿਆ। ਆਪਣੀ ਸਹੇਲੀ ਦੇ ਰਾਹੀਂ ਮੰਦਰ ਦੇ ਪਿਛਵਾੜੇ ਵਿੱਚ ਉਸਨੂੰ ਬੁਲਾਇਆ। ਤਾਇਓ ਘਾਤ ਜਹ ਬਦ ਰਾਖੀ, ਪ੍ਰਗਟ ਰਾਵਜੂ ਤਾਣਿਓ ਪਾਖੀ। ਤੇ ਉਹ ਰਾਣੀ ਨੇ ਉਸਨੂੰ ਗੁਪਤ ਰੂਪ ਦੇ ਵਿੱਚ ਵੀ ਸਾਰੀ ਗੱਲ ਸਮਝਾ ਦਿੱਤੀ ਸੀ, ਪਰ ਉਹ ਜ਼ਾਹਰਾ ਰੂਪ ਦੇ ਵਿੱਚ ਵੀ ਰਾਜੇ ਦੇ ਸਾਹਮਣੇ
ਜੋ ਪ੍ਰਜਾ ਆਈ ਹੋਏ ਲੋਕ ਆਏ ਹੋਏ ਸਨ ਉਹਨਾਂ ਦੇ ਸਾਹਮਣੇ ਪ੍ਰਗਟ ਰੂਪ ਵਿੱਚ ਹੋ ਕੇ ਗੱਲ ਆਖਣ ਲੱਗੀ। ਜਾਨ ਸਮੇਤ ਪਿਛਵਾਰੇ ਆਵਾ ਬਦ ਸੰਕੇਤਿਓ ਬਚਨ ਸੁਨਾਵਾ। ਜਦ ਰਾਣੀ ਨੇ ਵੇਖ ਲਿਆ ਕਿ ਮੇਰਾ ਮਿੱਤਰ ਜਿਹੜਾ ਹੈ ਉਹ ਪਿਛਵਾੜੇ ਵਿੱਚ ਵੀ ਹੈ, ਮੰਦਰ ਦੇ ਪਿਛਵਾੜੇ ਪਿੱਛੇ ਹੈ, ਪਿਛਵਾੜੇ ਵਿੱਚ ਹੈ, ਤਾਂ ਉਹਨੇ ਆਪਣੇ ਮਿੱਤਰ ਨੂੰ ਸੁਣਾਉਣ ਵਾਸਤੇ ਪ੍ਰਗਟ ਰੂਪ ਦੇ ਵਿੱਚ ਗੱਲ ਜਿਹੜੀ ਸੀ ਉਹ ਰਾਜੇ ਤੇ ਪ੍ਰਜਾ ਵਿੱਚ ਕਹਿ ਸੁਣਾਈ। ਸਖੀ ਇਹ ਸਹਿਤ ਕਾਲ ਮੈਂ ਜੈ ਹੂੰ ਪੂਜ ਗੌਰ ਜਾ ਕਉ ਗ੍ਰਹਿ ਐ ਹਉ। ਆਖਣ ਲੱਗੀ ਕਿ ਕੱਲ ਮੈਂ ਆਪਣੀਆਂ ਸਹੇਲੀਆਂ ਸਮੇਤ ਗੌਰੀ ਪੂਜਾ ਕਰਕੇ ਤੇ ਘਰ ਨੂੰ ਵਾਪਸ ਆਵਾਂਗੀ। ਦੋਹਰਾ ਜੋ ਕਉ ਹਮਰੋ ਹਿਤੂ ਤਹਿ ਮਿਲਿਓ ਮੋਹਿ ਆਏ। ਤੇ ਜੇਕਰ ਕੋਈ ਮੇਰਾ ਹਿੱਤੂ ਹੋਵੇ, ਮੇਰਾ ਪਿਆਰਾ ਹੋਵੇ, ਮੈਨੂੰ ਮਿਲਣਾ ਚਾਹੁੰਦਾ ਹੋਵੇ ਤਾਂ ਉਹ ਮੈਨੂੰ ਉਸ ਮੰਦਰ ਦੇ ਵਿੱਚ ਆ ਕੇ ਮਿਲ ਸਕਦਾ ਹੈ। ਭੇਦ ਰਾਵ ਕਛ ਨਾ ਲਹੇ ਉਹ ਮੀਤ ਤਹਿ ਗਈ ਜਤਾਏ। ਜੋ ਰਾਜਾ ਸੀ ਉਹਨੂੰ ਇਸ ਗੱਲ ਦੀ ਸਮਝ ਨਾ ਆਈ ਕਿ ਰਾਣੀ ਪ੍ਰਗਟ ਰੂਪ ਦੇ ਵਿੱਚ ਗੱਲ ਆਖ ਰਹੀ ਹੈ। ਉਹਨੇ ਇਹੀ ਸੋਚਿਆ ਕਿ ਪ੍ਰਜਾ ਨੂੰ ਸਮਝਾ ਰਹੀ ਹੈ ਕਿ ਮੈਂ ਉਸ ਜਗ੍ਹਾ ਤੇ ਜਾਣਾ ਹੈ, ਜਿੰਨੇ ਮੈਨੂੰ ਮਿਲਣਾ ਮੈਨੂੰ ਮਿਲ ਸਕਦਾ ਹੈ। ਪਰ ਉਹਦੇ ਅੰਦਰ ਦੇ ਫਰੇਬ ਨੂੰ ਰਾਜਾ ਨਹੀਂ ਸਮਝ ਪਾ ਰਿਹਾ ਸੀ ਤੇ ਰਾਜਾ ਨੂੰ ਕੋਈ ਸਮਝ ਨਾ ਪਈ। ਉਹਦੇ ਮਿੱਤਰ ਨੂੰ ਸਾਰੀ ਗੱਲ ਸਮਝ ਆ ਗਈ ਕਿ ਇਹ ਰਾਣੀ ਜਿਹੜੀ ਹੈ ਕੱਲ ਨੂੰ ਗੌਰੀ ਪੂਜਾ ਵਾਸਤੇ ਜਾ ਰਹੀ ਹੈ ਤੇ ਉੱਥੇ ਜਾ ਕੇ ਮੈਂ ਇਹਨੂੰ ਮਿਲ ਸਕਦਾ ਹਾਂ। ਸਵਈਆ ਰਾਣੀ ਪਛਾਣੀ ਕੇ ਮੰਦਰ ਕੇ ਪਿਛਵਾਰੇ ਹੈ ਮੇਰੋ ਖਰੋ ਸੁਖਦਾਈ। ਰਾਣੀ ਜਦੋਂ ਗੌਰੀ ਪੂਜਾ ਵਾਸਤੇ ਮੰਦਰ ਵਿੱਚ ਗਈ, ਉੱਥੇ ਵੇਖਿਆ ਕਿ ਮੇਰਾ ਮਿੱਤਰ ਜਿਹੜਾ ਉਹੀ ਹੈ ਜਿਹਨੂੰ ਮੈਂ ਕੱਲ ਦੱਸਿਆ ਸੀ ਪ੍ਰਗਟ ਰੂਪ ਦੇ ਵਿੱਚ, ਉਹ ਮੰਦਰ ਦੇ ਪਿਛਵਾੜੇ ਵਿੱਚ ਆ ਗਿਆ ਹੈ। ਚਾਹਤ ਬਾਤ ਕਹੇ ਉਸ ਕੁੱਚਾ ਤਬ ਕੀਨੀ ਹੈ ਬੈਨਨ ਮੈਂ ਚਤੁਰਾਈ। ਉਸਨੇ ਸਮਝ ਲਿਆ ਕਿ ਮੇਰੇ ਨਾਲ ਇਹ ਗੱਲਬਾਤ ਤਾਂ ਕਰਨਾ ਚਾਹੁੰਦਾ ਹੈ ਪਰ ਆਸਾ ਪਾਸਾ ਵੇਖ ਕੇ ਸੰਕੋਚ ਕਰ ਰਿਹਾ ਹੈ। ਪੂਛ ਸਕੀ ਆਪਣੀ ਮਿਸਹੀ ਉਤ ਪਿਆਰੇ ਕੋ ਐਸੀ ਸਹੇਟ ਬਤਾਈ। ਇਸ ਲਈ ਰਾਣੀ ਨੇ ਇੱਕ ਹੋਰ ਛਲ ਫਰੇਬ ਕੀਤਾ, ਹੋਰ ਇੱਕ ਕਪਟ ਕੀਤਾ ਕਿ ਉਸਨੇ ਇੱਕ ਹੋਰ ਜਗ੍ਹਾ ਆਪਣੀ ਨਵੀਂ ਬਣਾ ਲਈ ਜਿੱਥੇ ਉਹ ਕੱਲ ਨੂੰ ਜਾ ਰਹੀ ਸੀ, ਜਿੱਥੇ ਉਹ ਆਪਣੇ ਦੋਸਤ ਨੂੰ ਮਿਲਣਾ ਚਾਹੁੰਦੀ ਸੀ। ਸਾਥ ਚਲਾਉਂਗੀ ਹਉ ਕਾਲ ਚਲਾਉਂਗੀ ਮੈਂ ਦੇਵੀ ਕੋ ਦੇਹਰੋ ਪੂਜਨ ਮਾਈ। ਉਸ ਰਾਣੀ ਨੇ ਚਲਾਕੀ ਦੇ ਨਾਲ ਆਪਣੀ ਦਾਸੀਆਂ ਨੂੰ ਨਾਲ ਲੈ ਕਰਕੇ ਤੇ ਸਾਰਿਆਂ ਨੂੰ ਇਹ ਗੱਲ ਦੱਸੀ ਕਿ ਮੈਂ ਇੱਕ ਭਵਾਨੀ ਦੇ ਮੰਦਰ ਦੇ ਵਿੱਚ ਦੇਵੀ ਪੂਜਾ ਵਾਸਤੇ, ਦੇਵੀ ਦੀ ਪੂਜਾ ਕਰਨ ਵਾਸਤੇ ਮੈਂ ਕੱਲ ਇੱਕ ਮੰਦਰ ਦੇ ਵਿੱਚ ਜਾ ਰਹੀ ਹਾਂ। ਕਿਉਂਕਿ ਜਿੱਥੇ ਉਹ ਰਾਣੀ ਕੱਲ ਆ ਕੇ ਆਈ ਸੀ ਕਿ ਮੈਂ ਗੌਰੀ ਮਾਤਾ ਦੀ ਪੂਜਾ ਕਰਨ ਵਾਸਤੇ ਮੰਦਰ ਦੇ ਵਿੱਚ ਜਾਵਾਂਗੀ, ਉਹ ਲੋਕਾਂ ਨੂੰ ਵੀ ਗੱਲ ਆਖੀ ਸੀ ਤੇ ਰਾਜੇ ਨੂੰ ਵੀ ਗੱਲ ਆਖੀ ਸੀ। ਜਿਸ ਕਰਕੇ ਰਾਜਾ ਤੇ ਪ੍ਰਜਾ ਜਿਹੜੀ ਸੀ ਉਹ ਵੀ ਅਗਲੇ ਦਿਨ ਉਹਦੇ ਨਾਲ ਉੱਥੇ ਮੰਦਰ ਵਿੱਚ ਪਹੁੰਚੇ ਸਨ। ਰਾਜੇ ਨੇ ਸੋਚਿਆ ਕਿ ਇਹ ਜੋ ਵੀ ਆਖਦੀ ਹੈ ਉਹ ਸੱਚ ਹੀ ਕਹਿੰਦੀ ਹੈ ਕਿ ਮੈਂ ਪੂਜਾ ਕਰਨ ਵਾਸਤੇ ਜਾ ਰਹੀ ਹਾਂ। ਜੇ ਇਹਨੇ ਪੂਜਾ ਕਰਨ ਵਾਸਤੇ ਕਿਹਾ ਸੀ ਤੇ ਵਾਕਈ ਹੀ ਪੂਜਾ ਕਰਨ ਵਾਸਤੇ ਹੀ ਆਈ ਹੈ। ਰਾਜੇ ਨੂੰ ਇਉਂ ਕਰਕੇ ਵਿਸ਼ਵਾਸ ਹੋ ਗਿਆ ਤੇ ਫਿਰ ਅਗਲੇ ਦਿਨ ਫਿਰ ਉਸਨੇ ਵਿਉਂਤ ਬਣਾ ਲਈ ਕਿ ਅੱਜ ਸਾਰੇ ਮੇਰੇ ਨਾਲ ਹਨ। ਜਿਸ ਕਰਕੇ ਮੇਰਾ ਮਿੱਤਰ ਜਿਹੜਾ ਹੈ, ਮਿਲਣਾ ਤਾਂ ਮੈਂ ਆਪਣੇ ਮਿੱਤਰ ਨੂੰ ਸੀ, ਪੂਜਾ ਇੱਕ ਬਹਾਨਾ ਸੀ, ਪਰ ਹੁਣ ਲੋਕਾਂ ਦੇ ਵਿੱਚ ਉਹ ਮੈਨੂੰ ਮਿਲਣ ਤੋਂ ਸੰਕੋਚ ਕਰ ਰਿਹਾ ਹੈ। ਇਸ ਕਰਕੇ ਰਾਣੀ ਨੇ ਇੱਕ ਹੋਰ ਵਿਉਂਤ ਬਣਾਈ ਤੇ ਉਹ ਪ੍ਰਗਟ ਰੂਪ ਦੇ ਵਿੱਚ ਆਪਣੀਆਂ ਸਹੇਲੀਆਂ ਸਾਹਮਣੇ ਆਖਣ ਲੱਗੀ ਕਿ ਕੱਲ ਨੂੰ ਮੈਂ ਹੁਣ ਇੱਕ ਹੋਰ ਮੰਦਰ ਦੇ ਪੂਜਾ ਕਰਨ ਵਾਸਤੇ ਜਾ ਰਹੀ ਹਾਂ। ਚਾਉ ਪਈ ਜਿਉ ਨਿਪਸੋ ਕਹਿ ਪ੍ਰਗਟ ਸੁਨਾਈ ਮੀਤ ਤਹਿ ਉੱਤੇ ਸਹੇਟ ਬਤਾਈ। ਤੇ ਇਸ ਪ੍ਰਗਟ ਰੂਪ ਦੇ ਵਿੱਚ ਉਹ ਰਾਜੇ ਨੂੰ ਕਹਿੰਦੀ ਹੋਈ, ਆਪਣੀਆਂ ਸਹੇਲੀਆਂ ਨੂੰ ਕਹਿੰਦੀ ਹੋਈ, ਉਸਨੇ ਆਪਣੇ ਮਿੱਤਰ ਨੂੰ ਵੀ ਉਹ ਗੱਲ ਆਖ ਸੁਣਾਈ। ਪਵਨ ਪਵਾਨੀ ਕੇ ਮੈਂ ਜੈ ਹੂੰ ਪੂਜ ਮੰਗਲਾ ਕੋ ਫਿਰ ਐ ਹੂੰ। ਉਸਨੇ ਰਾਜੇ ਨੂੰ ਦੱਸਣ ਦੇ ਨਾਲ, ਆਪਣੀਆਂ ਸਹੇਲੀਆਂ ਨੂੰ ਦੱਸਣ ਦੇ ਨਾਲ ਆਪਣੇ ਉਸ ਮਿੱਤਰ ਨੂੰ ਵੀ ਇਹ ਗੱਲ ਦੱਸ ਦਿੱਤੀ ਕਿ ਮੈਂ ਕੱਲ ਭਵਾਨੀ ਪੂਜਾ ਨੂੰ ਜਾ ਰਹੀ ਹਾਂ ਤੇ ਪੂਜਾ ਪਿੱਛੋਂ ਫਿਰ ਆਪਣੇ ਘਰ ਵਾਪਸ ਆ ਜਾਵਾਂਗੀ। ਦੋਹਰਾ ਜੋ ਕਉ ਹਮਰੋ ਹਿਤੂ ਮਿਲਿਓ ਮੋਹਿ ਆਏ। ਤੇ ਆਖਣ ਲੱਗੀ ਜੇਕਰ ਕੋਈ ਮੇਰਾ ਪਿਆਰਾ ਹੈ, ਮੇਰਾ ਕੋਈ ਮਿੱਤਰ ਮੈਨੂੰ ਮਿਲਣਾ ਚਾਹੁੰਦਾ ਏ ਤਾਂ ਮੈਨੂੰ ਉਸ ਮੰਦਰ ਦੇ ਵਿੱਚ ਆ ਕੇ ਮਿਲ ਸਕਦਾ ਹੈ। ਭੇਦ ਕਛੂ ਨਿਰਪਨਾ ਲਖਿਓ ਮੀਤ ਤਹਿ ਗਈ ਜਤਾਏ।
ਇਸ ਪ੍ਰਕਾਰ ਉਹਨੇ ਆਪਣੇ ਮਿੱਤਰ ਨੂੰ ਸਾਰਾ ਕੁਝ ਦੱਸ ਦਿੱਤਾ। ਪਰ ਰਾਜਾ ਜਿਹੜਾ ਸੀ ਉਹ ਨਹੀਂ ਸੀ ਇਹਨਾਂ ਗੱਲਾਂ ਨੂੰ ਸਮਝ ਪਾ ਰਿਹਾ ਕਿ ਪ੍ਰਗਟ ਰੂਪ ਵਿੱਚ ਇਹ ਗੱਲਾਂ ਕਿਉਂ ਕਰਦੀ ਹੈ। ਇਉਂ ਕਹਿ ਕੇ ਰਾਣੀ ਉੱਠੀ ਕਰਿਓ ਮੀਤ ਗ੍ਰਹਿ ਗਾਉਣ, ਤੇ ਇਹ ਆਖ ਕੇ ਰਾਣੀ ਜਿਹੜੀ ਸੀ ਉਹ ਆਪਣੇ ਘਰ ਚਲੀ ਗਈ। ਤੇ ਅਗਲੇ ਦਿਨ ਫਿਰ ਉਹ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਜੋ ਟਿਕਾਣਾ ਦੱਸਿਆ ਹੋਇਆ ਸੀ ਉੱਥੇ ਪਹੁੰਚ ਗਈ। ਨਰਪਤ ਪ੍ਰਫੁੱਲਤ ਚਿਤ ਭਇਓ ਗਈ ਸ਼ਿਵਾ ਕੇ ਪਾਹੁਨ, ਤੇ ਰਾਜਾ ਆਪਣੇ ਮਹਿਲ 'ਚ ਬੈਠਾ ਹੋਇਆ ਮਨ 'ਚ ਬੜਾ ਖੁਸ਼ ਹੋਇਆ ਕਿ ਉਹ ਤਾਂ ਦੇਵੀ ਦੇ ਮੰਦਿਰ ਵਿੱਚ ਪੂਜਾ ਕਰਨ ਵਾਸਤੇ ਗਈ ਹੋਈ ਹੈ। ਕਿਉਂਕਿ ਇੱਕ ਦਿਨ ਪਹਿਲਾਂ ਉਸਨੇ ਇਸ ਗੱਲ ਨੂੰ ਪਰਤਿਆ ਲਿਆ ਸੀ ਕਿ ਰਾਣੀ ਪ੍ਰਗਟ ਰੂਪ ਜੋ ਆਖਦੀ ਹੈ ਵਾਕਿਆ ਹੀ ਇਹ ਉੱਥੇ ਪੂਜਾ ਕਰਨ ਲਈ ਜਾਂਦੀ ਹੈ, ਤੇ ਜੇ ਅੱਜ ਵੀ ਇਸਨੇ ਆਖਿਆ ਹੈ ਤਾਂ ਇਹ ਪੂਜਾ ਕਰਨ ਵਾਸਤੇ ਹੀ ਗਈ ਹੋਈ ਹੈ। ਉਹ ਰਾਜੇ ਨੂੰ ਉਸ ਰਾਣੀ ਨੇ ਮੂਰਖ ਬਣਾਇਆ, ਛਲ ਕਪਟ ਕਰਕੇ ਛਲ ਕੀਤਾ ਤੇ ਆਪਣੇ ਜੋ ਮਨ ਦੀ ਮਲੀਨਤਾ ਵਾਲੀ ਭਾਵਨਾ ਸੀ ਉਸ ਨੂੰ ਮੁਕੰਮਲ ਵੀ ਕੀਤਾ, ਪੂਰਾ ਵੀ ਕੀਤਾ। ਸੋ ਇਸ ਪ੍ਰਕਾਰ ਚਰਿੱਤਰ ਦੀ ਸਮਾਪਤੀ ਕਰਦੇ ਸਾਹਿਬ ਜੀ ਫਰਮਾਉਂਦੇ ਹਨ, ਇਹ ਤਾਂ ਸ਼੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 88ਵਾਂ ਚਰਿੱਤਰ ਸਮਾਪਤਮ ਸਤ ਸਬਮ ਸਤ ਆਪਜੂ। ਸਾਹਿਬ ਜੀ ਫਰਮਾਉਂਦੇ ਹਨ ਇਸ ਪ੍ਰਕਾਰ ਸ਼੍ਰੀ ਚਰਿੱਤਰ ਉਪਾਖਿਆਨ ਦੇ ਤ੍ਰਿਆ ਚਰਿੱਤਰ ਦਾ ਵਜ਼ੀਰ ਤੇ ਰਾਜੇ ਦੀ ਆਪਸੀ ਵਾਰਤਾਲਾਪ ਦਾ 88ਵਾਂ ਚਰਿੱਤਰ ਸ਼ੁਭ ਸੰਪੂਰਨ ਹੁੰਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸ਼੍ਰੀ ਚਰਿੱਤਰ ਉਪਾਖਿਆਨ ਦੇ ਤ੍ਰਿਆ ਚਰਿੱਤਰ ਦਾ 88ਵਾਂ ਚਰਿੱਤਰ, ਜਿਸ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਤੇ ਗੁਰੂ ਸਾਹਿਬ ਨੇ ਆਪ ਰਹਿਮਤ ਕਰਕੇ ਜਿਸ ਦੀ ਵਿਚਾਰ ਕਰਵਾਈ ਹੈ। ਸੋ ਪਿਆਰੀ ਸਾਧ ਸੰਗਤ ਜੀ, ਇਸ ਚਰਿੱਤਰ ਦੇ ਵਿੱਚ ਵੀ ਗੁਰੂ ਸਾਹਿਬ ਜੀ ਨੇ ਕਿਹਾ ਸੀ ਇਸਤਰੀ ਜਿਸ ਨੇ ਆਪਣੇ ਮਨ ਦੀ ਵਲੀਨ ਭਾਵਨਾ ਨੂੰ ਪੂਰੀਆਂ ਕਰਨ ਵਾਸਤੇ ਆਪਣੇ ਧਰਮ ਦੇ ਪਤੀ ਦੇ ਨਾਲ ਛਲ ਕਪਟ ਕੀਤਾ, ਫਰੇਬ ਕੀਤਾ, ਉਹਦੇ ਛਲ ਕਪਟ ਨੂੰ ਉਹਦੀ ਕਾਮ ਦੀ ਗੰਦੀ ਭਾਵਨਾ ਕਰਕੇ ਜੋ ਛਲ ਕਪਟ ਉਸਨੇ ਖੇਡਿਆ, ਉਹਦੇ ਛਲ ਕਪਟ ਦੀ ਕਹਾਣੀ ਨੂੰ ਗੁਰੂ ਸਾਹਿਬ ਨੇ ਵਿਸਥਾਰ ਨਾਲ ਦਰਸਾਉਣਾ ਕੀਤਾ ਹੈ ਕਿ ਛਲ ਕਪਟ ਦੇ ਅਧੀਨ ਹੋਇਆ ਇਨਸਾਨ ਕਿਵੇਂ ਦੀਆਂ ਠੱਗੀਆਂ ਕਰਦਾ ਹੈ, ਫਰੇਬੀਆਂ ਕਰਦਾ ਹੈ, ਛਲ ਕਪਟ ਕਰਦਾ ਹੈ। ਤੇ ਇਹ ਵੀ ਕਿਹਾ ਸੀ ਔਰਤ ਐਸੀ ਇਸਤਰੀ ਜਿਸ ਦੇ ਬਾਬਤ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜੋ ਛੁੱਟੜ ਘਰ ਘਰ ਫਿਰੇ ਦੁਹ ਚਾਰਨ ਬਦਨਾਓ। ਜਿਵੇਂ ਪਤੀ ਤੋਂ ਛੁੱਟੜ ਹੋਈਆਂ ਇਸਤਰੀਆਂ ਪਰਾਏ ਘਰਾਂ ਦੇ ਵਿੱਚ ਮੂੰਹ ਮਾਰਦੀ ਫਿਰਦੀਆਂ ਹਨ ਕੰਮ ਵਾਸਨਾ ਦੀ ਖਾਤਰ, ਤੇ ਐਸੀਆਂ ਦੁਹ ਚਾਰਨ ਭਾਵ ਕਿ ਸੰਸਾਰ 'ਚ ਫਟਕਾਰਯੋਗ ਹੁੰਦੀਆਂ ਹਨ। ਸੰਸਾਰ ਲਾਹਨਤਾ ਪਾਉਂਦਾ ਹੈ, ਫਟਕਾਰਾਂ ਪਾਉਂਦਾ ਹੈ ਅਤੇ ਬਦਨਾਮੀ ਸੰਸਾਰ ਦੇ ਵਿੱਚੋਂ ਖੱਟਦੀਆਂ ਹਨ। ਐਸੀਆਂ ਔਰਤਾਂ ਆਪਣੇ ਪਤੀ ਨੂੰ ਛੱਡ ਕਰਕੇ ਪਰਾਇਆ ਮਰਦਾਂ ਦੇ ਨਾਲ ਵਿਚਾਰ ਕਰਦੀਆਂ ਹਨ, ਭੋਗ ਵਿਲਾਸ ਕਰਦੀਆਂ ਹਨ, ਵਿਸ਼ੇ ਵਿਕਾਰਾਂ ਵਿੱਚ ਬੇਲੀਨ ਰਹਿੰਦੀਆਂ ਹਨ। ਅਪਵਿੱਤਰ ਜੀਵਨ ਵਾਲੀਆਂ ਕੁਲੱਖਣੀਆਂ ਭੈੜੀਆਂ ਇਸਤਰੀਆਂ ਕਹੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਧਰਕਾਰਿਆ ਹੈ ਤੇ ਫਟਕਾਰਿਆ ਹੈ। ਜਿੱਥੇ ਇੱਕ ਸੁਹਾਗਣ ਇਸਤਰੀ ਨੂੰ ਜੋ ਆਪਣੇ ਪਤੀ ਦੇ ਭੈ ਵਿੱਚ ਰਹਿੰਦੀ ਹੈ, ਆਪਣੇ ਪਤੀ ਧਰਮ ਵਿੱਚ ਪ੍ਰਪੱਕ ਰਹਿੰਦੀ ਹੈ, ਜਿੱਥੇ ਉਸ ਨੂੰ ਸਤਿਕਾਰ ਹੈ, ਉਸ ਇਸਤਰੀ ਦੀ ਸਤਿਕਾਰ ਹੈ, ਇੱਜ਼ਤ ਹੈ, ਮਾਣ ਹੈ, ਉੱਥੇ ਐਸੀ ਇਸਤਰੀ ਜੋ ਪਤੀ ਨਾਲ ਛਲ ਕਪਟ ਕਰਦੀ ਹੈ, ਪਰਾਏ ਪੁਰਖਾਂ ਨੂੰ ਵਿਚਾਰ ਕਰਦੀ ਹੈ, ਉੱਥੇ ਐਸੀਆਂ ਇਸਤਰੀਆਂ ਨੂੰ ਲਾਹਨਤਾਂ ਪਾਈਆਂ ਗਈਆਂ ਹਨ, ਫਟਕਾਰਿਆ ਗਿਆ ਹੈ। ਸੋ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਆਪਾਂ ਨੂੰ ਚਰਿੱਤਰਾਂ ਦੇ ਰਾਹੀਂ ਸਮਝਾਉਣਾ ਕੀਤਾ ਹੈ। ਜਦ ਮਨੁੱਖ ਕਾਮ ਵਾਸਨਾ ਦੇ ਅਧੀਨ ਹੋ ਜਾਂਦਾ ਹੈ ਤਾਂ ਫਿਰ ਕਿਵੇਂ ਦੇ ਪਾਪ ਕਰਦਾ ਹੈ, ਫਿਰ ਪਾਪ ਕਰਕੇ ਉਸਨੂੰ ਛੁਪਾਉਣ ਵਾਸਤੇ ਕਿਵੇਂ ਦੀਆਂ ਪਾਪ ਭਰੀਆਂ ਗੁਨਾਹਾਂ ਨਾਲ ਭਰੀਆਂ ਜੁਗਤੀਆਂ ਅਪਣਾਉਂਦਾ ਹੈ ਕਿ ਮੇਰਾ ਭੇਦ ਜਿਹੜਾ ਹੈ ਕਿਸੇ ਨੂੰ ਪਤਾ ਵੀ ਨਾ ਚੱਲ ਸਕੇ, ਤੇ ਇਉਂ ਕਰਕੇ ਉਹ ਵਿਉਂਤਾਂ ਕੱਢਦਾ ਹੈ ਆਪਣੇ ਭੈੜੇ ਮਨ ਨਾਲ, ਗੰਦੀ ਬੁੱਧੀ ਦੇ ਨਾਲ ਆਪਣੀਆਂ ਵਿਉਂਤਾਂ ਕੱਢਦਾ ਹੈ। ਸੋ ਗੁਰੂ ਸਾਹਿਬ ਆਪਾਂ ਨੂੰ ਇਉਂ ਸਮਝਾ ਕਰਕੇ ਪੂਰਨ ਤੌਰ ਤੇ ਸੁਚੇਤ ਕੀਤਾ ਹੈ। ਸੋ ਪਿਆਰੀ ਸਾਧ ਸੰਗਤ ਜੀ ਦੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਇਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰੂ ਸਾਹਿਬ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਗੁਰੂ ਸਾਹਿਬ ਕਿਤੋਂ ਸਮਾਤ ਬਖਸ਼ਣ ਤਾਂ ਕਿ ਸੱਚੇ ਢੰਗ ਦੇ ਨਾਲ ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰ ਸਕੀਏ। ਸਵੰਤ ਵਿੱਚ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।